ਇਹ ਜਿਹੜਾ ਬੁਰਜ ਹੈ ਇਹ ਨਗਰ ਉਹਨਾਂ ਨੇ ਆ ਕੇ ਆਪਣੇ ਨਾਮ ਸਰਦਾਰ ਲਹਿਣਾ ਸਿੰਘ ਦੇ ਉੱਪਰ ਵਸਾਇਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਇਸ ਬੁਰਜ ਦੇ ਵਿੱਚ ਕਦੋਂ ਆਉਣਾ ਹੋਇਆ? 1716 ਈਸਵੀ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਸਖਤ ਬਿਮਾਰ ਹੋਏ ਨੇ, ਫਿਰ ਉਹ ਇਸ ਬੁਰਜ ਦੇ ਵਿੱਚ ਜਾ ਕੇ ਇਕਾਂਤਵਾਸ ਹੋਏ ਨੇ, ਕੁਝ ਦਿਨ ਇੱਥੇ ਠਹਿਰੇ ਵੀ ਨੇ। ਬਹੁਤਾ ਲੰਬਾ ਸਮਾਂ ਨਹੀਂ, ਕੁਝ ਦਿਨ ਦਾ ਸਮਾਂ ਮਹਾਰਾਜਾ ਰਣਜੀਤ ਸਿੰਘ ਇਸ ਨਗਰ ਦੇ ਵਿੱਚ ਠਹਿਰੇ ਸੀ। ਇੱਥੇ ਹੀ ਆ ਕੇ ਸਰਦਾਰ ਨਿਹਾਲ ਸਿੰਘ ਜੀ ਅਟਾਰੀ ਵਾਲੇ ਜਿਹੜੇ ਸਰਦਾਰ ਸ਼ਾਮ ਸਿੰਘ ਜੀ ਦੇ ਪਿਤਾ ਜੀ ਸੀ, ਇੱਥੇ ਆ ਕੇ ਉਹਨਾਂ ਨੂੰ ਮਿਲੇ। ਸਰਕਾਰਾਂ ਨੂੰ ਅਸੀਂ ਕੀ ਦੋਸ਼ ਦਈਏ, ਜਿਹੜੀਆਂ ਸਾਡੀਆਂ ਮੌਜੂਦਾ ਸੰਸਥਾਵਾਂ ਨਾਲ ਜੇ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ, ਉਹਨਾਂ ਨੇ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦਿੱਤਾ। ਜਿਹੜੀਆਂ ਚੀਜ਼ਾਂ ਨੂੰ ਸੰਭਾਲਣਾ ਚਾਹੀਦਾ ਸੀ, ਜਿਸ ਤਰ੍ਹਾਂ ਕਿ ਸਰਹੰਦੀਆਂ ਨੀਹਾਂ ਨੂੰ ਸੰਭਾਲਣਾ ਜਾਣਾ ਚਾਹੀਦਾ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਵਿਸ਼ਵ ਦੇ ਇਤਿਹਾਸ ਵਿੱਚ ਅਜਿਹੇ ਵਿਰਲੇ ਸ਼ਾਸਕ ਹੋਇਆ ਕਰਦੇ ਨੇ ਜਿਨ੍ਹਾਂ ਨੇ ਆਪਣੇ ਹੀ ਸ਼ਾਸਨ ਦੇ ਸਦਕਾ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ। ਅਜਿਹੇ ਸ਼ਾਸਕਾਂ 'ਚੋਂ ਇੱਕ ਸ਼ਾਸਕ ਸਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੁੜੀਆਂ ਹੋਈਆਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਨੇ ਜੋ ਕਿ ਅਸੀਂ ਡੇਲੀ ਪੋਸਟ ਪੰਜਾਬੀ ਤੇ ਪਹਿਲਾਂ ਹੀ ਦਿਖਾ ਚੁੱਕੇ ਹਾਂ, ਜੋ ਕਿ ਅੱਜ ਦੇ ਸਮੇਂ ਦੇ ਵਿੱਚ ਖੰਡਰ ਬਣਦੀਆਂ ਜਾ ਰਹੀਆਂ ਨੇ। ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਅਟਾਰੀ ਦੇ ਲਾਗੇ ਪਿੰਡ ਪੈਂਦਾ ਹੈ ਵਣੀਏਕੇ। ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਯਾਦ ਬਣੀ ਹੋਈ ਹੈ। ਜੇਕਰ ਅਸੀਂ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਅਕਸਰ ਹੀ ਮਹਾਰਾਜਾ ਰਣਜੀਤ ਸਿੰਘ ਆਪਣੀ ਮੌਤ ਤੋਂ ਪਹਿਲਾਂ ਇਹ ਆਖਿਆ ਕਰਦੇ ਸਨ ਕਿ ਮੇਰੀ ਜ਼ਿੰਦਗੀ ਨਹੀਂ ਹੈ, ਇਹ ਤਾਂ ਨਿਹਾਲ ਸਿੰਘ ਦੀ ਦਿੱਤੀ ਹੋਈ ਜ਼ਿੰਦਗੀ ਹੈ। ਤੇ ਨਿਹਾਲ ਸਿੰਘ ਨੇ ਮਹਾਰਾਜਾ ਜੀ ਨੂੰ ਕਿਸ ਤਰ੍ਹਾਂ ਜ਼ਿੰਦਗੀ ਦਿੱਤੀ ਸੀ ਜ਼ਰੂਰ ਦੱਸਾਂਗੇ, ਪਰ ਇਸ ਤੋਂ ਪਹਿਲਾਂ ਪੂਰੀ ਇਮਾਰਤ ਤੁਹਾਨੂੰ ਦਿਖਾਉਂਦੇ ਆ ਕਿ ਪਹਿਲਾਂ ਕਿਵੇਂ ਖੰਡਰ ਬਣ ਗਈ ਸੀ ਤੇ ਹੁਣ ਕਿਵੇਂ ਪਿੰਡ ਵਾਸੀਆਂ ਨੇ ਇਸ ਨੂੰ ਫਿਰ ਤੋਂ ਉਸਾਰਨਾ ਤੇ ਦੀ ਮੁਰੰਮਤ ਕਰਵਾਉਣੀ ਸ਼ੁਰੂ ਕੀਤੀ ਹੈ। ਪੂਰਾ ਇਤਿਹਾਸ ਵੀ ਜ਼ਰੂਰ ਦੱਸਾਂਗੇ। ਆਓ ਪਹਿਲਾਂ ਤੁਹਾਨੂੰ ਇੱਕ ਇਮਾਰਤ ਦੀ ਤਸਵੀਰ ਦਿਖਾਉਂਦੇ ਆ। ਸੋ ਜਿਵੇਂ ਕਿ ਮੈਂ ਪਹਿਲਾਂ ਹੀ ਤੁਹਾਡੇ ਨਾਲ ਜ਼ਿਕਰ ਕਰ ਚੁੱਕੀ ਹਾਂ ਕਿ ਵਣੀਕੇ ਪਹੁੰਚੇ ਹੋਏ ਹਾਂ ਤੇ ਇੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਉਸੇ ਹੀ ਯਾਦਗਾਰ ਅਸਥਾਨ ਤੇ ਹਾਂ ਜਿੱਥੇ ਨਿਹਾਲ ਸਿੰਘ ਹੁਣਾਂ ਨੇ ਖੜ ਕੇ ਅਰਦਾਸਾ ਕੀਤਾ ਸੀ। ਤੇ ਇਸ ਦੇ ਨਾਲ ਪੂਰੀ ਜਾਣਕਾਰੀ ਇਤਿਹਾਸ ਦੀ ਅਸੀਂ ਲਵਾਂਗੇ। ਇਸੇ ਹੀ ਪਿੰਡ ਵਾਸੀ ਜਿਹੜੇ ਨੇ ਜਸਬੀਰ ਸਿੰਘ, ਸੋ ਇਹ ਰਹਿਣ ਵਾਲੇ ਇਸੇ ਪਿੰਡ ਦੇ ਨੇ, ਪੂਰੀ ਜਾਣਕਾਰੀ ਲੈ ਲੈਣੇ। ਸਭ ਤੋਂ ਪਹਿਲਾਂ ਉਹਨਾਂ ਦਾ ਡੇਲੀ ਪੋਸਟ ਪੰਜਾਬੀ ਤੇ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬਹੁਤ ਠੀਕ ਠਾਕ ਹੈ ਜੀ? ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਅਸੀਂ ਤੁਹਾਡੇ ਪਿੰਡ ਆਏ ਹਾਂ। ਸੋ ਪਹਿਲੀ ਗੱਲ ਤਾਂ ਤੁਸੀਂ ਮੁਬਾਰਕਾਂ ਦੇ ਪਾਤਰ ਵੀ ਹੋ ਕਿਉਂਕਿ ਬਹੁਤ ਸੋਹਣੀ ਪਹਿਲ ਵੀ ਕਰ ਰਹੇ ਹੋ ਤੁਸੀਂ ਇਸ ਨੂੰ ਬਚਾਉਣ ਦੇ ਲਈ। ਹਾਲਾਂਕਿ ਪਹਿਲਾ ਜਿਹੜਾ ਲੈਂਟਰ ਇੱਥੇ ਪੈ ਚੁੱਕਾ ਹੈ, ਸੋ ਬਾਕੀ ਇਸ ਪਿੰਡ ਨੇ ਇੱਕ ਫਿਰ ਤੋਂ ਜਿਹੜੀ ਆ ਮੁੱਢਲਾ ਕਰਤੱਵ ਆਪਣਾ ਸਮਝਦੇ ਹੋਏ ਇਸ ਨੂੰ ਉਸਾਰੀ ਜਿਹੜੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਤੇ ਹੁਣ ਗੱਲ ਕਰ ਲੈਂਦੇ ਕਿ ਤੁਸੀਂ ਇਸ ਦੀ ਸਾਂਭ ਸੰਭਾਲ ਕਰ ਰਹੇ ਹੋ। ਸਭ ਤੋਂ ਪਹਿਲਾਂ ਇੱਥੇ ਚਾਨਣਾ ਪਾਓ ਕਿ ਬਣਿਆ ਕਿਸ ਵੇਲੇ ਸੀ? ਸਭ ਤੋਂ ਪਹਿਲਾਂ ਜੀ ਸਾਰੇ ਨਗਰ ਵੱਲੋਂ, ਡੇਲੀ ਪੋਸਟ ਪੰਜਾਬੀ ਵੱਲੋਂ ਸਾਰੇ ਜਿੰਨੇ ਵੀ ਵੀਰ ਇੱਥੇ ਪਹੁੰਚੇ ਨੇ ਉਹਨਾਂ ਨੂੰ ਜੀ ਆਇਆਂ ਨੇ ਜੀ। ਸ਼ੁਕਰੀਆ। ਇਹ ਜਿਹੜਾ ਇਤਿਹਾਸਕ ਸੰਬੰਧ ਰੱਖਦਾ ਜੀ, ਇਹ ਜਿਹੜਾ ਬੁਰਜ ਹੈ ਇਹ ਤਕਰੀਬਨ 1765 ਈਸਵੀ ਦੇ ਵਿੱਚ ਜਦੋਂ ਸਰਦਾਰ ਨਿਹਾਲ ਸਿੰਘ ਜੀ, ਸਰਦਾਰ ਲਹਿਣਾ ਸਿੰਘ ਜੀ, ਇਹਨਾਂ ਨੇ ਲਾਹੌਰ ਦੇ ਉੱਪਰ ਜਾ ਕੇ ਰਾਜ ਕੀਤਾ ਸੀ ਜੀ। ਲਾਹੌਰ ਨੂੰ ਜਿੱਤਿਆ ਸੀ। ਉਸ ਤੋਂ ਬਾਅਦ ਇਸ ਨਗਰ ਦੇ ਵਿੱਚ ਆ ਕੇ ਠਹਿਰੇ ਸੀ। ਇਹ ਨਗਰ ਜਿਹੜਾ ਸੀ, ਜਿਸ ਤਰ੍ਹਾਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਗਿਆ ਵੀ ਉਹਨਾਂ ਦੇ ਪਰਗਣੇ ਦੇ ਵਿੱਚ ਇਹ 40 ਪਿੰਡ ਆਉਂਦੇ ਸੀ। ਇੱਥੋਂ ਦਾ ਮਾਮਲਾ ਜਿਹੜਾ ਸੀ ਇਹ ਸਿੰਘ ਅਗਰਾਉਂਦੇ ਸੀ। ਲਹਿਣਾ ਸਿੰਘ ਜੀ ਭੰਗੀ ਮਿਸਲ ਦੇ ਨਾਲ ਸੰਬੰਧ ਰੱਖਦੇ ਨੇ। ਇਹ ਜਿਹੜਾ ਬੁਰਜ ਹੈ ਇਹ ਨਗਰ ਉਹਨਾਂ ਨੇ ਆ ਕੇ ਆਪਣੇ ਨਾਮ ਸਰਦਾਰ ਲਹਿਣਾ ਸਿੰਘ ਦੇ ਉੱਪਰ ਵਸਾਇਆ ਸੀ। ਪੁਰਾਣਾ ਜਿਹੜਾ ਨਗਰ ਸੀ, ਨਗਰ ਵਣੀਏਕੇ, 1714 ਈਸਵੀ ਦੇ ਵਿੱਚ ਜ਼ਿਕਰ ਮਿਲਦਾ ਇਤਿਹਾਸ ਦੇ ਵਿੱਚ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਇਸ ਨਗਰ ਦੇ ਵਿੱਚ ਆ ਕੇ ਠਹਿਰੇ ਸੀ। ਇੱਕ ਬਾਗਬਾਨਪੁਰੇ ਦੀ ਜੰਗ ਦੇ ਵਿੱਚ ਇਹ ਨਗਰ ਜਿਹੜਾ ਸੀ ਉਹ ਉਜੜ ਗਿਆ ਸੀ।
ਫਿਰ ਬਾਅਦ ਵਿੱਚ ਇਹ ਨਗਰ ਦੇ ਵਿੱਚ ਆ ਕੇ ਪਿੰਡ ਵਣੀਏਕਿਆਂ ਵਾਲੀ ਜਿਹੜੀ ਸੰਗਤ ਸੀ, ਲੋਕ ਸੀ, ਇੱਥੇ ਆ ਕੇ ਵਸੇ। ਫਿਰ ਇਸ ਨਗਰ ਦਾ ਨਾਮ ਸਰਦਾਰ ਲਹਿਣਾ ਸਿੰਘ ਵਾਲੇ ਨਗਰ ਤੋਂ ਬਦਲ ਕੇ ਪਿੰਡ ਵਣੀਏਕੇ ਰੱਖ ਦਿੱਤਾ ਗਿਆ ਜੀ। ਇਹ 1765 ਈਸਵੀ ਤੋਂ ਬਾਅਦ ਇਸ ਜਿਹੜੀ ਮਹਾਲ ਦੀ ਜਿਹੜੀ ਸੀ ਜਾਂ ਬੁਰਜ ਕਹਿ ਲਓ, ਇਹਦੀ ਤਮੀਰ ਕਰਵਾਈ ਗਈ ਸੀ ਜੀ। ਜਿੱਦਾਂ ਪਹਿਲਾਂ ਦੱਸਿਆ ਕਿ ਇਸ ਪਿੰਡ ਦਾ ਨਾਮ ਲਹਿਣਾ ਜੀ ਨੇ, ਸਰਦਾਰ ਲਹਿਣਾ ਸਿੰਘ ਜੀ ਵਾਲਾ। ਹਾਂ, ਪਰ ਬਾਅਦ ਵਿੱਚ ਬਦਲਿਆ ਫਿਰ ਕਿਉਂ ਗਿਆ? ਬਦਲੇ ਇਸ ਕਰਕੇ ਗਿਆ ਜੀ, ਇਸ ਨਗਰ ਦਾ ਨਾਮ, ਜ਼ਮੀਨ ਜਿਹੜੀ ਸੀ ਨਗਰ ਵਣੀਏਕਿਆਂ ਦੀ ਸੀ। ਪਿੰਡ ਉੱਜੜ ਜਾਣ ਕਰਕੇ ਸਰਦਾਰ ਲਹਿਣਾ ਸਿੰਘ ਜੀ ਨੇ ਨਗਰ ਜਿਹੜਾ ਸੀ ਆਪਣੇ ਨਾਮ ਤੇ ਵਸਾ ਲਿਆ ਸੀ। ਫਿਰ ਜਦੋਂ ਲੋਕ ਇੱਥੇ ਲਿਆ ਕੇ ਵਸਾਏ ਗਏ, ਕਿਉਂਕਿ ਇੱਥੇ ਸਿਰਫ ਗਿਣਤੀ ਦੇ ਸਰਦਾਰਾਂ ਦੇ ਘਰ ਸੀ, ਨਗਰ ਦੇ ਵਿੱਚ ਕੋਈ ਰੌਣਕ ਨਹੀਂ ਸੀ, ਨਾ ਕੋਈ ਬਾਜ਼ਾਰ ਸੀ, ਨਾ ਕੋਈ ਦੁਕਾਨਾਂ ਸੀ। ਫਿਰ ਲੋਕ ਜਿਹੜੇ ਸੀ ਵਣੀਏਕਿਆਂ ਵਾਲੇ, ਉਹਨਾਂ ਨੂੰ ਇੱਥੇ ਲਿਆ ਕੇ ਵਸਾਇਆ ਗਿਆ ਕਿਉਂਕਿ ਉਹ ਨਗਰ ਉੱਜੜ ਚੁੱਕਾ ਸੀ। ਫਿਰ ਉਹਨਾਂ ਲੋਕਾਂ ਨੇ ਸੋਚਿਆ ਵੀ ਸਾਡੇ ਸੀ ਹੁਣ 2 ਪਿੰਡਾਂ ਦੇ ਵਸਨੀਕ ਹੋ ਗਏ, ਸਾਡੀ ਰਿਹਾਇਸ਼ ਜਿਹੜੀ ਹੋ ਗਈ ਸਰਦਾਰ ਲਹਿਣਾ ਸਿੰਘ ਵਾਲੇ ਪਿੰਡ ਦੇ ਵਿੱਚ ਤੇ ਜ਼ਮੀਨ ਸਾਡੀ ਹੋ ਗਈ ਵਣੀਏਕਿਆਂ ਦੇ ਵਿੱਚ। ਫਿਰ ਉਹਨਾਂ ਸਰਦਾਰ ਲਹਿਣਾ ਸਿੰਘ ਨੂੰ ਮਿਲ ਕੇ ਬੇਨਤੀ ਕੀਤੀ ਕਿ ਅਸੀਂ 2 ਪਿੰਡਾਂ ਦੇ ਵਸਨੀਕ ਹੋਵਾਂਗੇ, ਅਸੀਂ ਦੁਬਦਾ ਵਿੱਚ ਰਵਾਂਗੇ, ਫਿਰ ਤੁਸੀਂ ਕਿਰਪਾ ਕਰੋ ਇਸ ਨਗਰ ਦਾ ਨਾਮ ਸਾਡੇ ਨਗਰ ਦੇ ਨਾਮ ਉੱਪਰ ਹੀ ਰੱਖ ਦਿੱਤਾ ਜਾਵੇ। ਫਿਰ ਸਰਦਾਰ ਲਹਿਣਾ ਸਿੰਘ ਜੀ ਨੇ ਵੇਖਿਆ ਵੀ ਹਾਂ ਠੀਕ ਲੋਕ ਕਹਿ ਰਹੇ ਨੇ, ਫਿਰ ਇਹਦਾ ਨਾਮ ਬਦਲ ਕੇ ਨਗਰ ਵਣੀਏਕੇ ਰੱਖ ਦਿੱਤਾ ਗਿਆ ਸਰਦਾਰ ਲਹਿਣਾ ਸਿੰਘ ਜੀ ਵਾਲਿਆਂ ਤੋਂ ਜੀ। ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਇਸ ਬੁਰਜ ਦੇ ਵਿੱਚ ਕਦੋਂ ਆਉਣਾ ਹੋਇਆ? ਇਹ ਜੀ 1716 ਈਸਵੀ ਦੇ ਕਰੀਬ ਇੱਕ ਇਤਿਹਾਸ ਦੇ ਵਿੱਚ ਮਿਲਦਾ ਹੈ, ਤਵਾਰੀਖਾਂ ਦੇ ਵਿੱਚ ਜ਼ਿਕਰ ਮਿਲਦਾ। 1716 ਈਸਵੀ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਸਖਤ ਬਿਮਾਰ ਹੋਏ ਨੇ, ਫਿਰ ਉਹ ਇਸ ਬੁਰਜ ਦੇ ਵਿੱਚ ਜਾ ਕੇ ਇਕਾਂਤਵਾਸ ਹੋਏ ਨੇ, ਕੁਝ ਦਿਨ ਇੱਥੇ ਠਹਿਰੇ ਵੀ ਨੇ। ਪਹਿਲਾਂ ਵੀ ਜ਼ਿਕਰ ਮਿਲਦਾ ਵੀ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ, ਇਹ ਜਿਹੜਾ ਨਗਰ ਆ, ਜਦੋਂ ਆਪਾਂ ਪੁਰਾਤਨ ਨਕਸ਼ਾ 1947 ਦੀ ਵੰਡ ਤੋਂ ਪਹਿਲਾਂ ਦਾ ਵੇਖਦੇ ਹਾਂ, ਇਹ ਜਿਹੜਾ ਸ਼ਾਹੀ ਮਾਰਗ ਸੀ, ਜਿਹਨੂੰ ਆਪਾਂ ਸ਼ੇਰ ਸ਼ਾਹ ਸੂਰੀ ਰੋਡ ਕਹਿੰਦੇ ਆ, ਜਿਹੜਾ ਅੰਮ੍ਰਿਤਸਰ ਤੋਂ ਚੱਲ ਕੇ ਲਾਹੌਰ ਪਹੁੰਚਦਾ, ਉਹ ਬਾਅਦ ਵੀ ਤਮੀਰ ਹੁੰਦਾ। ਇਹ ਪੁਰਾਤਨ ਪਗਡੰਡੀ ਸੀ ਜਿਹੜੀ ਸਿੱਧੀ ਲਾਹੌਰ ਤੋਂ ਚੱਲ ਕੇ ਅੰਮ੍ਰਿਤਸਰ ਜਾਂਦੀ ਸੀ। ਅਕਸਰ ਰਸਤਾ ਲਾਹੌਰ ਤੋਂ ਅੰਮ੍ਰਿਤਸਰ ਜਾਣ ਦਾ ਹੀ ਸੀ। ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਸ਼ਾਹੀ ਫੌਜਾਂ ਸੀ, ਅਕਸਰ ਇਸੇ ਰਸਤੇ ਦੇ ਵਿੱਚ ਲੰਘ ਕੇ ਜਾਂਦੀਆਂ ਸੀ। ਇੱਥੇ ਬਾਹਰ ਇੱਕ ਪੁਰਾਣਾ ਮਾਤਾ ਰਾਣੀ ਦਾ ਮੰਦਿਰ ਹੈ, ਉੱਥੇ ਮਹਾਰਾਜ ਦੀ ਫੌਜ ਦਾ ਉਤਾਰਾ ਹੁੰਦਾ, ਇੱਥੋਂ ਜਲ ਪਾਣੀ ਵੀ ਛਕਦੇ ਸੀ। ਇਸ ਨਗਰ ਦੇ ਵਿੱਚ ਆਉਣ ਜਾਣ ਕਰਕੇ ਕਾਫੀ ਪ੍ਰੇਮ ਬਣਿਆ ਸੀ, ਤਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਇਸ ਨਗਰ ਦੇ ਵਿੱਚ ਆ ਕੇ ਠਹਿਰਦੇ ਹੁੰਦੇ ਸੀ ਜੀ। ਗੱਲ ਕਰ ਲੈਣੇ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਿਮਾਰ ਹੁੰਦੇ ਨੇ, ਕਹਿੰਦੇ ਕਿ ਇੱਥੇ ਉਹਨਾਂ ਦਾ ਪਲੰਘ ਹੁੰਦਾ ਸੀ ਤੇ ਇੱਥੇ ਆ ਕੇ ਉਹ ਨਿਵਾਸ ਕਰਦੇ ਨੇ, ਤੇ ਇੱਥੇ ਜਦੋਂ ਬਿਮਾਰੀ ਦੀ ਹਾਲਤ ਵਿੱਚ ਕਾਫੀ ਸਮਾਂ ਉਹਨਾਂ ਨੇ ਇੱਥੇ ਹੀ ਗੁਜ਼ਾਰਿਆ ਸੀਗਾ। ਹਾਂ, ਕੁਝ ਦਿਨ ਦਾ ਸਮਾਂ ਮਿਲਦਾ ਜੀ। ਸਰਦਾਰ ਕੁਲਵੰਤ ਸਿੰਘ ਜੀ ਬੀਏ ਗਿਆਨੀ, ਸੋਹਣ ਸਿੰਘ ਜੀ ਸੀਤਲ, ਜਿਹੜੇ ਸਾਡੇ ਢਾਡੀ ਕਲਾ ਦੇ ਵਾਰਸ ਨੇ, ਉਹ ਵੀ ਇਸ ਨਗਰ ਦੇ ਵਿੱਚ ਆ ਕੇ ਜਦੋਂ ਉਹਨਾਂ ਨੇ ਇਤਿਹਾਸ ਦੀ ਖੋਜ ਕੀਤੀ, ਬਹੁਤਾ ਲੰਬਾ ਸਮਾਂ ਨਹੀਂ, ਕੁਝ ਦਿਨ ਦਾ ਸਮਾਂ ਮਹਾਰਾਜਾ ਰਣਜੀਤ ਸਿੰਘ ਇਸ ਨਗਰ ਦੇ ਵਿੱਚ ਠਹਿਰੇ ਸੀ। ਇੱਥੇ ਹੀ ਆ ਕੇ ਸਰਦਾਰ ਨਿਹਾਲ ਸਿੰਘ ਜੀ ਅਟਾਰੀ ਵਾਲੇ, ਜਿਹੜੇ ਸਰਦਾਰ ਸ਼ਾਮ ਸਿੰਘ ਜੀ ਦੇ ਪਿਤਾ ਜੀ ਸੀ, ਇੱਥੇ ਆ ਕੇ ਉਹਨਾਂ ਨੂੰ ਮਿਲੇ। ਫਿਰ ਉਹਨਾਂ ਦੇ ਪਲੰਗੇ ਦੀਆਂ 5 ਪਰਿਕਰਮਾ ਕਰਕੇ ਅਰਦਾਸਾ ਕੀਤਾ, ਜੋ ਆਪ ਜੀ ਨੇ ਇਤਿਹਾਸ ਪਹਿਲਾਂ ਨਗਰ ਅਟਾਰੀ ਦੇ ਵਿੱਚ ਵੇਖਿਆ ਵੀ ਮਹਾਰਾਜ ਜੀ, ਮੇਰੇ ਸਰੀਰ ਦੀ ਰਹਿੰਦੀ ਹੋਈ ਉਮਰ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਸਰੀਰ ਜੀ ਨੂੰ ਲੱਗੇ, ਇਹਨਾਂ ਦੇ ਸਰੀਰ ਦੀ ਬਿਮਾਰੀ ਜਿਹੜੀ ਮੈਂ ਆਪਣੇ ਸਰੀਰ ਤੇ ਹੰਡਾਵਾ, ਉਹ ਸਾਰੀ ਘਟਨਾ ਇਸ ਬੁਰਜ ਦੇ ਅੰਦਰ ਵਾਪਰੀ ਹੈ ਜੀ। ਜੇਕਰ ਗੱਲ ਕੀਤੀ ਜਾਵੇ ਸਰਦਾਰ ਨਿਹਾਲ ਸਿੰਘ ਹੋਣਾ ਦੀ, ਤਾਂ ਜਿਸ ਦੌਰਾਨ ਇਹੀ ਕਿਹਾ ਜਾ ਸਕਦਾ, ਇਤਿਹਾਸ ਦੇ ਜਦੋਂ ਪੰਨੇ ਫਰੋਲਦੇ ਹਾਂ ਤਾਂ ਇਤਿਹਾਸ ਵਿੱਚ ਜ਼ਿਕਰ ਇਹ ਆਉਂਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਬਿਮਾਰ ਪੈ ਜਾਂਦੇ ਨੇ ਤਾਂ ਸਰਦਾਰ ਨਿਹਾਲ ਸਿੰਘ ਅਰਦਾਸ ਕਰਦੇ ਨੇ ਕਿ ਸਿੱਖ ਰਾਜ ਨੂੰ ਹਾਲੇ ਮਹਾਰਾਜਾ ਰਣਜੀਤ ਸਿੰਘ ਦੀ ਲੋੜ ਹੈ, ਸੋ ਇਹਨਾਂ ਦੀ ਜਿਹੜੀ ਉਮਰ ਹੈ ਉਹ ਮੇਰੀ ਉਹਨਾਂ ਨੂੰ ਲੱਗ ਜਾਵੇ ਤੇ ਮੇਰੀ ਉਮਰ ਇਹਨਾਂ ਦੀ ਮੈਨੂੰ ਲੱਗ ਜਾਵੇ। ਸੋ ਜਿਸ ਤੋਂ ਬਾਅਦ ਉਹਨਾਂ ਨੇ ਦੁੱਖ ਨੂੰ ਆਪਣੇ ਤੇ ਲੈ ਲਿਆ ਸੀ ਤੇ ਇਹ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ 9/9 ਹੋ ਜਾਂਦੇ ਨੇ ਤੇ ਥੋੜੇ ਚਿਰਾਂ ਬਾਅਦ ਨਿਹਾਲ ਸਿੰਘ ਉਹਨਾਂ ਦੀ ਮੌਤ ਹੋ ਜਾਂਦੀ ਹੈ। ਹਾਂਜੀ, ਮਹਾਰਾਜਾ ਰਣਜੀਤ ਸਿੰਘ ਜੀ ਅਕਸਰ ਜਦੋਂ ਸਰਦਾਰ ਨਿਹਾਲ ਸਿੰਘ ਜੀ ਚੱਲ ਜਾਂਦੇ ਨੇ, ਜਦੋਂ ਵੀ ਕਿਸੇ ਗੱਲ ਦਾ ਜ਼ਿਕਰ ਹੁੰਦਾ ਸੀ, ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਖਾਸ ਦਰਬਾਰ ਦੇ ਵਿੱਚ ਜ਼ਿਕਰ ਕਰਿਆ ਕਰਦੇ ਸੀ, ਮੈਂ ਅੱਜ ਜਿਹੜੀ ਉਮਰ ਹੰਢਾ ਰਿਹਾ, ਇਹ ਦਿੱਤੀ ਹੋਈ ਸਰਦਾਰ ਨਿਹਾਲ ਸਿੰਘ ਜੀ ਅਟਾਰੀ ਵਾਲਿਆਂ ਦੀ ਹੈ, ਉਹਨਾਂ ਦਾ ਮੈਂ ਹਮੇਸ਼ਾ ਹੀ ਕਰਜ਼ਦਾਰ ਰਵਾਂਗੇ। ਇਹ ਬਚਨ ਜਿਹੜੇ ਸੀ ਅਕਸਰ ਉਹ ਆਪਣੀ ਮੌਤ ਤੱਕ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਅੰਤਲੇ ਸਮੇਂ ਤੱਕ ਸਨ, ਉਦੋਂ ਵੀ ਇਹ ਬਚਨ ਜਿਹੜਾ ਸੀ ਯਾਦ ਸੰਗਤਾਂ ਨੂੰ ਕਰਵਾਉਂਦੇ ਰਹਿੰਦੇ ਸੀ ਅਕਸਰ ਆਪਣੇ ਦਰਬਾਰੀਆਂ ਨੂੰ। ਤੁਸੀਂ ਉਸ ਦੌਰਾਨ ਜਦੋਂ ਇਸ ਪਿੰਡ ਵਿੱਚ ਤੁਹਾਡਾ ਜਨਮ ਇਸੇ ਪਿੰਡ ਦਾ ਹੀ ਹੈ? ਹਾਂਜੀ, ਇਸੇ ਪਿੰਡ ਦਾ, ਨਗਰ ਵਣੀਏਕੇ ਦਾ ਜਨਮ ਹੈ। 1987 ਦੇ ਵਿੱਚ ਵੀ ਮੇਰਾ ਇੱਥੇ ਜਨਮ ਹੁੰਦਾ ਜੀ, ਸਰਦਾਰ ਮਨਜੀਤ ਸਿੰਘ ਜੀ ਦੇ ਘਰ ਦੇ ਵਿਖੇ। 1987 ਦੌਰਾਨ ਇਹ ਜਿਹੜੀ ਇਮਾਰਤ ਹੈ ਉਸ ਵੇਲੇ ਕਿਸ ਤਰ੍ਹਾਂ ਦੀ ਸੀ? ਇਹ 1987 ਤੋਂ ਬਾਅਦ ਜੀ, ਜਦੋਂ ਮੈਂ ਆਪਣੀ ਸੰਭਾਲੀ ਤਕਰੀਬਨ ਆਪਾਂ 10-12 ਸਾਲ ਦੇ ਵਿੱਚ ਜਦੋਂ ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਿਆ, ਉਦੋਂ ਤੋਂ ਖਸਤਾ ਹਾਲਤ ਦਿਨ ਬ ਦਿਨ ਜਿਹੜੀ ਹੈ ਵਿਗੜਦੀ ਜਾ ਰਹੀ ਸੀ। ਅਸੀਂ ਜਦੋਂ ਛੋਟੇ ਹੁੰਦੇ ਸੀ, ਇਸੇ ਨਗਰ ਦੇ ਵਿੱਚ ਆਪਾਂ ਖੇਡਦੇ ਸੀ, ਇਸ ਬੁਰਜ ਦੇ ਵਿੱਚ ਆ ਕੇ ਖੇਡਦੇ ਹੁੰਦੇ ਸੀ, ਉਦੋਂ ਹਾਲਤ ਕੁਝ ਇਹਦੀ ਠੀਕ ਸੀ,
ਪਰ ਅਣਗਹਿਲੀ ਦੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਇਹ ਬੁਰਜ ਦੀ ਹਾਲਤ ਦਿਨ ਬ ਦਿਨ ਜਿਹੜੀ ਵਿਗੜਦੀ ਗਈ ਆ। ਪਿਛਲੇ ਕੁਝ ਸਮੇਂ ਦੇ ਦੌਰਾਨ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਦੀ ਮੁੜ ਉਸਾਰੀ ਜਿਹੜੀ ਸ਼ੁਰੂ ਹੋਈ ਹੈ ਜੀ। ਵੀਰ ਜੀ, ਕਿਤੇ ਨਾ ਕਿਤੇ ਮਲਾਲ ਹੁੰਦਾ ਕਿ ਸਾਡੀਆਂ ਸਰਕਾਰਾਂ ਨੇ ਇਹਨਾਂ ਇਤਿਹਾਸ ਭਰੀਆਂ ਚੀਜ਼ਾਂ ਨੂੰ ਅਣਗੌਲ ਦਿੰਦੀਆਂ ਨੇ, ਸਿਰਫ ਲੋਕ ਹੀ ਪਹਿਲ ਕਰਦੇ ਨੇ ਇਹਨਾਂ ਨੂੰ ਬਚਾਉਣ ਦੇ ਲਈ, ਪਰ ਸਰਕਾਰ ਹਮੇਸ਼ਾ ਜਿਹੜੀ ਹੈ ਇਹਨਾਂ ਚੀਜ਼ਾਂ ਨੂੰ ਖੰਡਰ ਬਣਾ ਕੇ ਹੀ ਪੁੱਛਦੀ ਤੱਕ ਵੀ ਨਹੀਂ ਹੈ। ਮੈਂ ਜੀ ਤੁਹਾਨੂੰ ਇੱਕ ਖਾਸ ਜ਼ਿਕਰ ਕਰਨਾ ਚਾਹੁੰਦਾ ਵੀ ਸਿੱਖ ਇਤਿਹਾਸ ਵੱਲ ਜੇ ਵੇਖਿਆ ਜਾਵੇ, ਸਾਡੇ ਇਤਿਹਾਸਕ ਤੱਥਾਂ ਨੂੰ ਜਿਵੇਂ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ, ਮੈਨੂੰ ਤਾਂ ਇਉਂ ਲੱਗਦਾ, ਮੇਰੇ ਨਿੱਜੀ ਵਿਚਾਰ ਨੇ, ਸਿੱਖ ਇਤਿਹਾਸ ਸਿਰਜ ਸਕਦੇ ਨੇ ਪਰ ਸੰਭਾਲਣਾ ਸਾਡੇ ਵਾਸਤੇ ਬਹੁਤ ਔਖਾ। ਸਰਕਾਰਾਂ ਨੂੰ ਅਸੀਂ ਕੀ ਦੋਸ਼ ਦਈਏ? ਜਿਹੜੀਆਂ ਸਾਡੀਆਂ ਮੌਜੂਦਾ ਸੰਸਥਾਵਾਂ ਨਾਲ, ਜੇ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ, ਉਹਨਾਂ ਨੇ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦਿੱਤਾ। ਜਿਹੜੀਆਂ ਚੀਜ਼ਾਂ ਨੂੰ ਸੰਭਾਲਣਾ ਚਾਹੀਦਾ ਸੀ, ਜਿਸ ਤਰ੍ਹਾਂ ਕਿ ਸਰਹੰਦੀਆਂ ਨੀਹਾਂ ਨੂੰ ਸੰਭਾਲਣਾ ਜਾਣਾ ਚਾਹੀਦਾ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦੇਹੁਰਾ ਜਿੱਥੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ, ਹੋਰ ਅਨੇਕਾਂ ਸੰਸਥਾਵਾਂ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ ਜਿਨ੍ਹਾਂ ਦਾ ਸਾਡੇ ਇਤਿਹਾਸ ਨਾਲ ਬੜਾ ਗੂੜਾ ਸੰਬੰਧ ਹੈ, ਉਹਨਾਂ ਨੂੰ ਸੰਭਾਲਿਆ ਜਾਣਾ ਚਾਹੀਦਾ ਸੀ। ਪਰ ਅਸੀਂ ਅਣਗਹਿਲੀ ਦੇ ਕਰਕੇ, ਨਾ ਕਿਸੇ ਸਾਡੀਆਂ ਸੰਸਥਾਵਾਂ ਨੇ, ਨਾ ਕਿਸੇ ਵਿਦਵਾਨ ਨੇ ਪਹਿਲ ਕੀਤੀ ਸੀ ਵੀ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਜਾ ਸਕੇ। ਇਹ ਸਰਕਾਰਾਂ ਦਾ ਵੀ ਦੋਸ਼ ਹੈ ਵੀ ਇਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਜੀ। ਬਿਲਕੁਲ ਜੀ। ਸੋ ਅਸੀਂ ਇਤਿਹਾਸ ਦੇ ਜਦੋਂ ਪੰਨੇ ਵੀ ਫਰੋਲਦੇ ਹਾਂ, ਜਾਂ ਅਸੀਂ ਡੇਲੀ ਪੋਸਟ ਪੰਜਾਬੀ ਨੂੰ ਬਹੁਤ ਸਾਰੀਆਂ ਐਸੀਆਂ ਇਮਾਰਤਾਂ ਜਿਹੜੀਆਂ ਦਿਖਾ ਚੁੱਕੇ ਹਾਂ ਜਿਨ੍ਹਾਂ ਦੇ ਵਿੱਚੋਂ ਇਤਿਹਾਸ ਬੜਾ ਵੱਡਾ ਬੋਲਦਾ ਹੈ, ਪਰ ਜਦੋਂ ਵੀ ਅਸੀਂ ਇਮਾਰਤ ਦੇਖਦੇ ਹਾਂ ਤਾਂ ਸਾਨੂੰ ਆਹ ਹੀ ਰੂਪ ਦਿਖਦਾ ਹੈ। ਹਮੇਸ਼ਾ ਨਾਨਕਸ਼ਾਹੀ ਇੱਟਾਂ ਦੇ ਨਾਲ ਬਹੁਤ ਖੂਬਸੂਰਤ ਇਮਾਰਤ ਨੂੰ ਤਿਆਰ ਕੀਤਾ ਜਾਂਦਾ ਹੈ, ਬੜੀਆਂ ਰੌਣਕਾਂ ਉਸ ਇਮਾਰਤ ਵਿੱਚ ਲੱਗਦੀਆਂ ਨੇ, ਦੀਵਾਨ ਸਜਦੇ ਨੇ, ਤੇ ਉਸ ਤੋਂ ਬਾਅਦ ਸਮਾਂ ਜਿਸ ਤਰ੍ਹਾਂ ਬੀਤਦਾ ਜਾਂਦਾ, ਜਦੋਂ ਉਹ ਸਾਰੇ ਹੀ ਆਪਣੇ ਆਪਣੇ ਰਾਹਾਂ ਤੁਰ ਜਾਂਦੇ ਨੇ, ਸੋ ਅਗਲੀ ਪੀੜ੍ਹੀ ਜਨਮ ਲੈਂਦੀ ਹੈ, ਸਮਾਂ ਬਦਲਦਾ ਜਾਂਦਾ ਹੈ ਤੇ ਇਹ ਵਿਚਾਰੀਆਂ ਇਦਾਂ ਹੀ ਢਹਿੰਦੀਆਂ ਜਾਂਦੀਆਂ ਨੇ। ਹਾਲ ਪੁੱਛਣ ਵੀ ਕੋਈ ਨਹੀਂ ਆਉਂਦਾ ਤੇ ਆਪਣਾ ਇਸ ਬਦਹਾਲੀ ਵਾਲੀ ਤਸਵੀਰ ਦੇ ਵਿੱਚ ਰੋ ਰੋ ਕੇ ਇਤਿਹਾਸ ਨੂੰ ਜਿਹੜਾ ਬਿਆਨ ਕਰਦੀਆਂ ਨੇ ਕਿ ਸਾਡੇ ਇੱਥੇ ਮਹਾਰਾਜੇ ਆਇਆ ਕਰਦੇ ਸੀ, ਸਾਡੇ ਅੰਦਰ ਜਿਹੜਾ ਸੀ ਬੜਾ ਸ਼ਾਹੀ ਮਹਲ ਹੋਇਆ ਕਰਦਾ ਸੀ, ਰੌਣਕਾਂ ਹੋਇਆ ਕਰਦੀਆਂ ਸੀ, ਪਰ ਅੱਜ ਦੇ ਸਮੇਂ ਦੇ ਵਿੱਚ ਆ ਕੇ ਸਾਨੂੰ ਕੋਈ ਪੁੱਛਦਾ ਵੀ ਨਹੀਂ ਹੈ, ਕੋਈ ਦੇਖਦਾ ਵੀ ਨਹੀਂ ਹੈ। ਤੇ ਹੁਣ ਅਸੀਂ ਫਿਰ ਤੋਂ ਦੁਬਾਰਾ ਗੱਲ ਕਰ ਲੈਂਦੇ ਕਿ ਜਿਸ ਤਰ੍ਹਾਂ ਇਹ ਇਮਾਰਤ ਨੂੰ ਤਿਆਰ ਕੀਤਾ ਗਿਆ ਹੈ, ਕਿੰਨਾ ਕੁ ਸਮਾਂ ਲੱਗ ਸਕਦਾ? ਕਿਉਂਕਿ ਬੜੀ ਬਾਰੀਕੀ ਦੇ ਨਾਲ ਬੜੀਆਂ ਖੂਬਸੂਰਤ ਚੀਜ਼ਾਂ, ਕਿਉਂਕਿ ਬਹੁਤ ਪੁਰਾਣੀ ਤੁਸੀਂ ਦੱਸ ਰਹੇ ਹੋ ਕਿ ਬੜੇ ਲੰਬੇ ਸਾਲ ਦੀ ਪੁਰਾਣੀ ਜਿਹੜੀ ਇਮਾਰਤ ਬਣੀ ਹੋਈ ਹੈ, ਜਿਸ ਹਿਸਾਬ ਨਾਲ ਹਾਲੇ ਵੀ ਖੜੀ ਹੋਈ ਹੈ, ਤੇ ਇਸ ਹਿਸਾਬ ਨਾਲ ਲੱਗਦਾ ਕਿ ਬੜੀ ਮਿਹਨਤ ਕੀਤੀ ਗਈ ਹੋਊਗੀ ਇੱਥੇ। ਹਾਂਜੀ ਜੀ, ਇਮਾਰਤ ਸਾਜੀ ਦੀ ਦੇਖ ਰੇਖ ਨੂੰ ਦੇਖਿਆ ਜਾਵੇ, ਅੱਜ ਇਸ ਨਮੂਨੇ ਨੂੰ ਤਿਆਰ ਕਰਨ ਦੇ ਵਾਸਤੇ ਕਈ ਸਾਲਾਂ ਦਾ ਸਮਾਂ ਲੱਗ ਸਕਦਾ। ਜਦੋਂ ਹੁਣ ਮੁੜ ਮੁਰੰਮਤੀ ਇਹਦੀ ਸ਼ੁਰੂ ਕੀਤੀ, ਜਿਹੜੇ ਇੱਥੇ ਇੰਜੀਨੀਅਰ ਵੀਰ ਪਹੁੰਚੇ ਸੀ, ਉਹਨਾਂ ਨੇ ਵਿਚਾਰ ਦੱਸੇ ਸੀ ਵੀ ਇਸ ਇਮਾਰਤ ਨੂੰ ਤਿਆਰ ਕਰਨ ਲੱਗਿਆਂ ਕਈ ਸਾਲ ਦਾ ਸਮਾਂ ਹੋ ਸਕਦਾ ਲੱਗਾ ਹੋਵੇ, ਕਿਉਂਕਿ ਅਜੋਕੇ ਸਮੇਂ ਦੀ ਜਿਹੜੀਆਂ ਅੱਜ ਸਾਡੇ ਕੋਲ ਸਹੂਲਤਾਂ ਨੇ ਉਹ ਸਮੇਂ ਦੇ ਵਿੱਚ ਮੌਜੂਦ ਨਹੀਂ ਸੀ। ਫਿਰ ਵੀ ਕੋਈ ਅੰਦਾਜ਼ਨ ਇਹਨੂੰ 2-3 ਸਾਲ ਦਾ ਸਮਾਂ ਤੇ ਜ਼ਰੂਰ ਲੱਗਾ ਹੋਏਗਾ ਤਿਆਰ ਕਰਦਿਆਂ ਜੀ। ਅਸੀਂ ਨਮੂਨਾ ਦੇਖ ਰਹੇ ਹਾਂ, ਇਹ ਉਸ ਟਾਈਮ ਤੇ ਮੁਸਲਮਾਨ ਆਰਕੀਟੈਕਟ ਹੁੰਦੇ ਸੀ, ਉਹੀ ਜਿਹੜਾ ਬਿਲਡਿੰਗਾਂ ਨੂੰ ਉਸਾਰਦੇ ਹੁੰਦੇ ਸੀ। ਇਹ ਬਹੁਤ ਖੂਬਸੂਰਤ ਤਰੀਕੇ ਨਾਲ ਬਣਾਈ ਗਈ। ਜੇਕਰ ਦਰਵਾਜ਼ਿਆਂ ਦੀ ਗੱਲ ਕੀਤੀ ਜਾਵੇ, ਇਹਨਾਂ ਦੇ ਦਰਵਾਜ਼ੇ ਪਿੰਡ ਵਾਸੀਆਂ ਵੱਲੋਂ ਸਾਂਭੇ ਗਏ ਨੇ ਜਾਂ ਫਿਰ ਕੋਈ ਲਾ ਕੇ ਲੈ ਗਿਆ ਹੈ, ਜਾਂ ਫਿਰ ਇੱਕ ਦਰਵਾਜ਼ੇ ਹੈ ਕਿੱਥੇ ਨੇ? ਦਰਵਾਜ਼ੇ ਜਿਹੜੇ ਜੀ ਖਸਤਾ ਹਾਲਤ ਦੇ ਵਿੱਚ ਜਿਹੜੇ ਸੀ, ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਸੀ, ਉਹਨਾਂ ਨੂੰ ਘੁਣ ਲੱਗ ਚੁੱਕਾ ਸੀ। ਕੋਈ ਤੇ ਜਿਹੜੀ ਚੀਜ਼ ਮਨਿਆਦ ਦੇ ਅਨੁਸਾਰ ਖਤਮ ਹੋ ਜਾਂਦੀ ਹੈ, ਉਹ ਸਮਾਪਤ ਹੋ ਚੁੱਕੀ ਹੈ। ਕੋਈ ਅਣਗਹਿਲੀ ਦੇ ਕਰਕੇ, ਸਾਂਭ ਸੰਭਾਲ ਨਾ ਹੋਣ ਦੇ ਕਰਕੇ ਹੋ ਸਕਦਾ ਕੋਈ ਲੈ ਵੀ ਗਿਆ ਹੋਵੇ, ਪਰ ਜਿਹੜੀਆਂ ਚੀਜ਼ਾਂ ਅੱਜ ਸੰਗਤ ਦੇ ਪਾਸ ਮੌਜੂਦ ਸੀ, ਉਹਨਾਂ ਨੂੰ ਫਿਰ ਮੁੜ ਤੋਂ ਨਵੀਆਂ ਤਿਆਰ ਕਰਨ ਦੇ ਵਾਸਤੇ ਥੋੜ੍ਹੀ ਬਹੁਤ ਸਾਂਭ ਸੰਭਾਲ ਕੀਤੀ ਗਈ ਹੈ ਜੀ ਉਹਨਾਂ ਦੀ। ਤੁਸੀਂ ਜਦੋਂ ਹੋਸ਼ ਸੰਭਾਲੀ ਸੀ, ਇਹ ਦੇਖ ਰਹੇ ਕਿ ਉੱਪਰ ਹੁਣ ਬਿਲਕੁਲ ਕੋਈ ਛੱਤ ਨਹੀਂ ਹੈਗੀ, ਕਿ ਇਸ ਤੋਂ ਪਹਿਲਾਂ ਹੋਇਆ ਕਰਦੀ ਸੀ? ਹਾਂਜੀ, 3 ਮੰਜ਼ਲਾ ਇਮਾਰਤ ਸੀ ਜੀ, 2 ਸੰਪੂਰਨ ਛੱਤਾਂ ਸੀ, ਤੀਸਰਾ ਜਿਹੜਾ ਬਰਾਂਡਾ ਬਣਾਇਆ ਗਿਆ ਸੀ ਉਹ ਅੱਧੀ ਛੱਤ ਸੀ। ਅੱਜ ਵੀ ਆਪਾਂ ਦੇਖ ਰਹੇ ਹਾਂ, ਇਹ ਛੱਤ ਜਿਹੜੀ ਸੀ ਇਹਦੇ ਉੱਪਰ ਸ਼ਤੀਰੀਆਂ ਲਾਈਆਂ ਗਈਆਂ ਨੇ ਜੀ। ਛੱਤ ਹੈ ਸੀ ਜੀ ਪਹਿਲਾਂ ਇਹਦੇ ਵਿੱਚ 1947 ਦੀ ਵੰਡ ਤੋਂ ਬਾਅਦ ਇੱਥੇ ਜਿਹੜੇ ਪਰਿਵਾਰ ਲਾਗੇ ਰਹਿੰਦੇ ਨੇ, ਉਹਨਾਂ ਦੇ ਕਈਆਂ ਦੇ ਪਰਿਵਾਰਾਂ ਦੇ ਇੱਥੇ ਬੱਚਿਆਂ ਦੇ ਜਨਮ ਹੋਏ ਨੇ, ਜਿਨ੍ਹਾਂ ਦੇ ਪਰਿਵਾਰ ਦੀ ਆਪਣੀ ਰਿਹਾਇਸ਼ ਰੱਖੀ ਸੀ, ਉਹ ਅੱਜ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੇ ਨੇ। ਉਹ ਪਰਿਵਾਰ ਕਈ ਲੰਬੇ ਸਮੇਂ ਤੱਕ ਇਸ ਬੁਰਜ ਦੇ ਵਿੱਚ ਜਿਹੜਾ ਰਿਹਾ ਹੈ ਤੇ ਬੜੀ ਵਧੀਆ ਹਾਲ ਦੇ ਵਿੱਚ ਸੀ। ਸਾਡੇ ਬਜ਼ੁਰਗਾਂ ਨੇ ਦੇਖਿਆ, ਉਹ ਵੀ ਦੱਸਦੇ ਨੇ ਵੀ ਇਹਦੇ ਵਿੱਚ ਕੋਈ ਸਮਾਂ ਸੀ, ਇਹਦੇ ਵਿੱਚ ਪਟਵਾਰਖਾਨਾ ਵੀ ਹੋਇਆ ਕਰਦਾ ਸੀ, ਮਾਲ ਮਹਿਕਮੇ ਦਾ ਜਿਹੜਾ ਹਿਸਾਬ ਕਿਤਾਬ ਵੀ ਹੋਇਆ ਕਰਦਾ ਸੀ। ਆਮ ਨਗਰ ਦੀ ਕੋਈ ਵੀ ਜਦੋਂ ਪੰਚਾਇਤ ਸਜਦੀ ਸੀ ਇਸ ਬੁਰਜ ਦੇ ਵਿੱਚ, ਬੜੀ ਵਧੀਆ ਹਾਲਤ ਦੇ ਵਿੱਚ ਇਹ ਜਿਹੜਾ ਬੁਰਜ ਸੀ, ਇੱਥੇ ਸਾਰਾ ਇਹ ਨਗਰ ਦਾ ਜਿਹੜਾ ਸੀ ਕਾਰ ਵਿਹਾਰ ਹੁੰਦਾ ਰਿਹਾ ਸੀ। ਪਰ ਹੁਣ ਜਿਹੜਾ ਪਿਛਲੇ 25-30 ਸਾਲਾਂ ਤੋਂ ਜਿਹੜਾ ਸੀ ਹੌਲੀ ਹੌਲੀ ਖਸਤਾ ਹਾਲਤ ਇਹਦੀ ਜ਼ਿਆਦਾ ਹੁੰਦੀ ਜਾ ਰਹੀ ਹੈ ਜੀ। ਸੋ ਬਿਲਕੁਲ ਜੀ, ਜੇਕਰ ਹੁਣ ਵੀ ਅਸੀਂ ਦੇਖਦੇ ਹਾਂ ਤਾਂ ਹਾਲੇ ਪਿਆ ਬਹੁਤ ਖੂਬਸੂਰਤ ਹੈ, ਪਰ ਤੁਹਾਡੇ ਵੱਲੋਂ, ਸਾਰੇ ਪਿੰਡ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ, ਸੋ ਜਦੋਂ ਇਸ ਨੂੰ ਬਣਾਉਣਾ ਸ਼ੁਰੂ ਕਰਨਾ ਸੀ, ਦੁਬਾਰਾ ਉਸਾਰਨਾ ਸੀ, ਤਾਂ ਉਦੋਂ ਪਿੰਡ ਵਾਸੀਆਂ ਦਾ ਇੱਕੋ ਸਹਿਮਤੀ ਹੋ ਗਈ ਸੀ ਕਿ ਵੱਖਰੇ ਵੱਖਰੇ ਵਿਚਾਰ ਵੀ ਦੇਖਣ ਨੂੰ ਮਿਲੇ? ਨਹੀਂ ਜੀ, ਨੌਜਵਾਨ ਤਬਕੇ ਨੇ, ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਹੈ, ਇਹਦੇ ਵਿੱਚ ਮੁੜ ਮੁਰੰਮਤੀ ਦਾ ਬਹੁਤ ਵੱਡਾ ਸਹਿਯੋਗ ਰਿਹਾ।
ਬਜ਼ੁਰਗ ਜਿਹੜੇ ਸੀ ਉਹਨਾਂ ਵੀ ਫਿਰ ਜਦੋਂ ਨੌਜਵਾਨਾਂ ਨੇ ਅੱਗੇ ਆ ਕੇ ਹਮਲਾ ਮਾਰਿਆ, ਫਿਰ ਬਜ਼ੁਰਗਾਂ ਨੇ ਵੀ ਪੂਰਾ ਸੰਪੂਰਨ ਸਹਿਯੋਗ ਜਿਹੜਾ ਸਾਰੇ ਨਗਰ ਨੇ, ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਸਿੰਘ ਵਸਦੇ ਨੇ ਪੂਰਾ ਸਹਿਯੋਗ ਦੇ ਰਹੇ ਨੇ ਜੀ। ਕਿਉਂਕਿ ਹਰ ਇੱਕ ਦੇ ਮਨ ਦੇ ਵਿੱਚ ਉਤਸ਼ਾਹ ਹੁੰਦਾ, ਇਹ ਚੀਜ਼ਾਂ ਜਿਹੜੀਆਂ ਅਸੀਂ ਮੁੜ ਤੋਂ ਬਣਾ ਨਹੀਂ ਸਕਦੇ ਇਹ ਸੇਮ, ਸਿਰਫ ਇਹਨਾਂ ਦੀ ਸਾਂਭ ਸੰਭਾਲ ਕਰਕੇ ਇੱਕ ਯਾਦਗਾਰ ਦੇ ਤੌਰ ਤੇ, ਇਤਿਹਾਸਕ ਨਿਸ਼ਾਨੀ ਦੇ ਤੌਰ ਤੇ ਇਸ ਨੂੰ ਦੇਖਣ ਦੇ ਵਾਸਤੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਵੀ ਪਤਾ ਲੱਗੇ ਸਾਡੇ ਬਜ਼ੁਰਗਾਂ ਦਾ ਕੀ ਇਤਿਹਾਸ ਹੈ। ਇਹ ਨਿਸ਼ਾਨੀਆਂ ਉਹਨਾਂ ਨੂੰ ਮੁੜ ਦੁਹਰਾਉਣਗੀਆਂ, ਜਿਹੜੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਦੱਸ ਨਹੀਂ ਸਕਦੇ। ਬਹੁਤ ਸਹਿਯੋਗ ਮਿਲ ਰਿਹਾ ਜੀ ਨਗਰ ਦੇ ਵਿੱਚੋਂ ਇਸ ਨੂੰ ਮੁੜ ਉਸਾਰੀ ਦੇ ਵਿੱਚ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਸਾਡੇ ਨਾਲ ਤੁਸੀਂ ਗੱਲਬਾਤ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਡੇਲੀ ਪੋਸਟ ਪੰਜਾਬੀ ਦਾ ਜੀ, ਜਿਹੜੇ ਸਾਡੇ ਨਗਰ ਦੇ ਵਿੱਚ ਪਹੁੰਚੇ ਨੇ। ਸਮੂਹ ਨਗਰ ਦੇ ਵੱਲੋਂ ਸਮੂਹ ਵੀਰਾਂ ਦਾ, ਸਟਾਫ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜੀ, ਜਿਸ ਤਰ੍ਹਾਂ ਇਹਨਾਂ ਨੇ ਭਾਈ ਸਾਹਿਬ ਹੁਣਾਂ ਨੇ ਗੱਲ ਆਖੀ ਕਿ ਸਾਡੇ ਪਿੰਡ ਵੱਲੋਂ ਬੜਾ ਵਧੀਆ ਸਹਿਯੋਗ ਮਿਲਦਾ ਪਿਆ ਹੈ। ਵਾਕਈ ਜੇਕਰ ਇਸ ਨੂੰ ਬੜੇ ਖੂਬਸੂਰਤ ਤਰੀਕੇ ਦੇ ਨਾਲ ਤਿਆਰ ਕਰ ਲਿਆ ਜਾਵੇ, ਹਾਲਾਂਕਿ ਇਹਨਾਂ ਨੇ ਇੱਕ ਲੈਂਟਰ ਪਾਇਆ, ਨੀਚੇ ਜਿਹੜੀ ਮੁਰੰਮਤ ਹੈ ਉਹ ਵੀ ਸ਼ੁਰੂ ਹੋ ਗਈ ਹੈ। ਹੌਲੀ ਫਿਰ ਤੋਂ ਜਿਹੜੀ ਹੈ ਇਹਦਾ ਕੰਮ ਜਿਹੜਾ ਹਾਲੇ ਵੀ ਚੱਲ ਰਿਹਾ ਹੈ। ਜੇਕਰ ਇਹ ਬਹੁਤ ਖੂਬਸੂਰਤ ਬਣ ਜੇ ਤਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀਆਂ ਇੱਥੇ ਦੀਵਾਰਾਂ ਤੇ ਫੋਟੋਆਂ ਲਗਾਈਆਂ ਜਾਣ, ਇੱਕ ਬਹੁਤ ਵੱਡਾ ਜਿਹੜਾ ਇਤਿਹਾਸ ਹੈ ਇੱਕ ਕੰਧ ਤੇ ਉਕੇਰਿਆ ਜਾਵੇ ਕਿ ਵਾਕਈ ਹੀ ਜਿਹੜਾ ਇੱਥੇ ਵੱਡਾ ਇਤਿਹਾਸ ਹੈ ਹੋਇਆ ਕਰਦਾ ਸੀ। ਸਰਦਾਰ ਨਿਹਾਲ ਸਿੰਘ ਹੋਣਾ ਨੇ ਇਸ ਜਗ੍ਹਾ ਤੇ ਅਰਦਾਸ ਕਰਕੇ ਆਪਣੀ ਜ਼ਿੰਦਗੀ ਮਹਾਰਾਜਾ ਰਣਜੀਤ ਸਿੰਘ ਹੋਣਾ ਦਿੱਤੀ ਸੀ, ਕਿਉਂਕਿ ਆਖਰੀ ਸਮੇਂ ਤੇ ਵੀ ਮਹਾਰਾਜਾ ਜੀ ਇਹੀ ਆਖਿਆ ਕਰਦੇ ਸਨ ਕਿ ਮੇਰੀ ਜ਼ਿੰਦਗੀ ਨਿਹਾਲ ਸਿੰਘ ਹੋਣਾ ਦੀ ਜ਼ਿੰਦਗੀ ਹੈ, ਮੇਰੀ ਆਪਣੀ ਨਹੀਂ ਹੈ। ਸੋ ਇਤਿਹਾਸ ਜਿਹੜਾ ਬੜਾ ਵੱਡਾ ਹੈ ਤੇ ਲੰਮੇਰਾ ਹੈ। ਇਸੇ ਤਰ੍ਹਾਂ ਨਵੀਆਂ ਉਮੀਦਾਂ ਦੇ ਨਾਲ, ਨਵੀਂ ਕਿਸੇ ਇਮਾਰਤ ਦੇ ਨਾਲ, ਨਵੇਂ ਇਤਿਹਾਸ ਨਾਲ ਫਿਰ ਤੋਂ ਹਾਜ਼ਰ ਜ਼ਰੂਰ ਹੋਵਾਂਗੇ। ਹੁਣ ਅਸੀਂ ਤੁਹਾਡੇ ਤੋਂ ਲਵਾਂਗੇ ਆਗਿਆ। ਕੈਮਰਾਮੈਨ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ, ਸਤਿ ਸ਼੍ਰੀ ਅਕਾਲ।